ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਹਾਲ ਪੰਜਾਬ ਦੇ ਵਿੱਚ ਇਸ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਮੁੱਦਿਆਂ ਬਾਰੇ ਜੋ ਪੰਜਾਬ ਲਈ ਅਹਿਮ ਨੇ ਤੇ ਜੋ ਪੰਜਾਬ ਦੇ ਲੋਕਾਂ ਨੂੰ ਇੰਪੈਕਟ ਕਰਦੇ ਨੇ ਸਿੱਧੇ ਅਸਿੱਧੇ ਤੌਰ ਤੇ। ਤੇ ਇੱਕ ਖਬਰ ਆਈ ਹੈ ਪਿਛਲੇ ਦਿਨੀ, ਕੈਨੇਡਾ ਦੇ ਵਿੱਚ ਭਾਰਤੀਆਂ ਤੇ ਖਾਲਿਸਤਾਨ ਸਮਰਥਕਾਂ ਦੇ ਵਿਚਕਾਰ ਟਕਰਾਅ ਹੋਇਆ। ਉਹਦੇ ਬਾਰੇ ਅੱਜ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਦਲਜੀਤ ਸਿੰਘ ਚੀਮਾ ਜੀ, ਸਵਾਗਤ ਹੈ ਸਰ। ਜੋ ਕੁਝ ਹੋਇਆ, ਜੋ ਵੀਡੀਓ ਸਾਹਮਣੇ ਆਈਆਂ, ਦੀਵਾਲੀ ਦਾ ਮੌਕਾ ਸੀ ਤੇ ਲੋਕਾਂ ਨੇ ਪਟਾਕੇ ਵੀ ਚਲਾਏ, ਆਤਿਸ਼ਬਾਜ਼ੀਆਂ ਵੀ ਚਲਾਈਆਂ ਤੇ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇੱਕ ਪਾਸੇ ਇੰਡੀਅਨ ਫਲੈਗ ਦੇ ਨਾਲ ਲੋਕ ਸੀਗੇ ਤੇ ਦੂਜੇ ਪਾਸੇ ਇੰਡੀਅਨ ਔਰੀਜਨ ਦੇ ਲੋਕ ਸੀਗੇ ਜਿਹੜੇ ਖਾਲਿਸਤਾਨ ਦੇ ਝੰਡੇ ਨਾਲ ਸੀਗੇ। 6 ਫॉर ਜਸਟਿਸ ਦੇ ਲੋਕ ਦੱਸੇ ਜਾ ਰਹੇ ਆ ਤੇ ਉਹਨਾਂ ਦੇ ਵਿੱਚ ਆਪਸੀ ਟਕਰਾਅ ਹੋਇਆ। ਝੰਡਿਆਂ ਨੂੰ ਵੀ, ਤਿਰੰਗੇ ਨੂੰ ਬੇਅਦਬੀ ਕੀਤੀ ਗਈ ਹੈ, ਨਾਅਰੇ ਲਾਏ ਗਏ ਇੱਕ ਦੂਜੇ ਦੇ ਖਿਲਾਫ। ਇਹ ਕਿੰਨੀ ਮੰਦਭਾਗੀ ਗੱਲ ਹੈ ਵੀ ਤੁਸੀਂ ਇੱਕ ਐਡਾ ਵਧੀਆ ਓਕੇਸ਼ਨ ਦੀਵਾਲੀ ਦਾ, ਜਿਹਦੇ 'ਚ ਤੁਸੀਂ ਮੈਸੇਜ ਦੇ ਰਹੇ ਹੋ ਇੱਕ ਕਿ ਅੱਛਾਈ ਜਿਹੜੀ ਹੈ ਉਹ ਬੁਰਾਈ ਦੇ ਉੱਤੇ ਜਿੱਤ ਗਈ। ਲਾਰਡ ਰਾਮਾ ਜਿਹੜੇ ਨੇ ਆਪਣੇ ਵਾਪਸ ਆਏ ਤੇ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ ਸਾਰੀ ਦੁਨੀਆ ਦੇ ਵਿੱਚ, ਔਰ ਸਾਰੀ ਦੁਨੀਆ ਰਿਕਗਨਾਈਜ਼ ਕਰਦੀ ਹੈ। ਈਵਨ USA ਦੇ ਵਿੱਚ ਨਿਊਯਾਰਕ ਸਿਟੀ ਤੁਹਾਨੂੰ ਪਤਾ ਹੋਏਗਾ ਕਿ ਉਹਨਾਂ ਨੇ ਕਿਹਾ ਵੀ ਅਸੀਂ ਛੁੱਟੀ ਕਰਾਂਗੇ ਦੀਵਾਲੀ ਨੂੰ। ਇੰਨੇ ਵੱਡੇ ਔਰ ਇੰਨੇ ਵਧੀਆ ਔਰ ਇੱਥੇ ਸੁਖਾਵੇਂ ਅੱਛੇ ਤਿਉਹਾਰ ਨੂੰ ਮਨਾਉਂਦਿਆਂ ਹੋਇਆਂ, ਔਰ ਦੂਜੇ ਪਾਸੇ ਰਿਸ਼ੀ ਸੁਨਾਕ ਉੱਥੇ ਪ੍ਰਾਈਮ ਮਿਨਿਸਟਰ ਬਣ ਗਏ ਔਰ ਐਵਰੀ ਇੰਡੀਅਨ ਇਜ਼ ਸੋ ਪ੍ਰਾਊਡ। ਇਹ ਗੱਲ ਖਬਰ ਇਹੋ ਜਿਹੀ ਆਈ ਹੈ ਵੀ ਇਟ ਹੈਜ਼ ਮੇਡ ਮੀ ਪਰਸਨਲੀ ਅਸ਼ੇਮਡ ਐਂਡ ਮੋਸਟ ਆਫ ਦੀ ਇੰਡੀਅਨ ਆਰ ਅਸ਼ੇਮਡ ਆਫ ਦਿਸ ਕਿ ਇਹ ਕੀ ਹੋਇਆ। ਦੋ ਹਿੱਸੇ ਸਨ। ਇੱਕ ਤਾਂ ਖੈਰ ਜੋ ਕੁਝ ਕੀਤਾ ਗਿਆ ਉਹੀ ਗੱਲ ਸੀ ਕਿ ਤੁਸੀਂ ਖਾਲਿਸਤਾਨੀ ਝੰਡੇ ਲੈ ਕੇ ਤੇ ਦੂਜਿਆਂ ਦੇ ਨਾਲ ਤੁਸੀਂ ਲੜਦੇ ਹੋ ਪਏ। ਉਹਦੇ ਬਾਅਦ ਜਿਹੜਾ ਟਨ ਦਾ ਗਾਰਬੇਜ ਜਿਹੜਾ ਉੱਥੇ ਛੱਡਿਆ, ਉਹ ਵੇਖ ਕੇ ਉੱਥੋਂ ਦੇ ਲੋਕਾਂ ਨੂੰ ਵੈਸੇ ਹੀ ਸਾਡੇ ਨਾਲ ਨਫ਼ਰਤ ਹੋਣੀ ਹੈ ਵੀ ਇਹ ਕਿਹੋ ਜਿਹੇ ਲੋਕ ਨੇ, ਕਿੰਨਾ ਗੰਦ ਪਾਉਂਦੇ ਨੇ। ਮੈਂ ਸਮਝਦਾ ਅਮਨਦੀਪ ਜੀ, ਇਹ ਟਾਈਮ ਉਹ ਹੈ ਵੀ ਜਦੋਂ ਪੰਜਾਬ ਬੜੇ ਮੁਸ਼ਕਲ ਹਾਲਾਤਾਂ 'ਚੋਂ ਨਿਕਲ ਰਿਹਾ। ਪੰਜਾਬ ਦੀ ਗਰੋਥ ਸਟੰਟਡ ਹੈ। ਐਜ਼ ਏ ਮੈਟਰ ਆਫ ਫੈਕਟ ਪੰਜਾਬ ਗਰੋ ਕਰ ਹੀ ਨਹੀਂ ਰਿਹਾ। ਅਤੇ ਜੇ ਅਸੀਂ ਡਿਵੈਲਪਮੈਂਟ ਗਰੋਥ ਵੱਲ ਪੰਜਾਬ ਦਾ ਫਿਊਚਰ ਕੋਈ ਦੇਖਣਾ ਤਾਂ ਅਸੀਂ ਸ਼ਾਇਦ ਕੋਈ ਅੱਜ ਗੱਲ ਕਰਦੇ ਪੰਜਾਬ ਦੀ ਐਜੂਕੇਸ਼ਨ ਸਿਸਟਮ ਬਾਰੇ, ਪੰਜਾਬ ਦੇ ਐਂਟਰਪ੍ਰੀਨਰਸ਼ਿਪ, ਇੱਥੇ ਫੈਕਟਰੀਆਂ ਲਗਾਉਣੀਆਂ ਨੇ, ਇਹਦੀ ਗਰੋਥ ਦਾ ਕੀ ਸੋਚਣਾ ਹੈ, ਇੱਥੇ ਦੇ ਡਰੱਗਸ ਬੱਚਿਆਂ ਨੂੰ ਕਿਵੇਂ ਉਹਨਾਂ ਨੂੰ ਮਨਾ ਕਰਨਾ, ਇਹੋ ਜਿਹੀਆਂ ਗੱਲਾਂ ਕਰਨ ਦੇ ਬਜਾਏ ਸਾਨੂੰ ਅੱਜ ਇਹੋ ਜਿਹੀ ਗੱਲ ਕਰਨੀ ਪੈ ਰਹੀ ਹੈ ਜਿਹਦੇ 'ਚ ਪੰਜਾਬੀ ਦਾ, ਸਿੱਖਾਂ ਦਾ ਕਲਚਰ ਜਿਹੜਾ ਹੈ, ਉਹਨਾਂ ਦੀ ਬੈਕਗਰਾਊਂਡ ਜਿਹੜੀ ਹੈ ਉਹਨੂੰ ਕੁਐਸਚਨ ਕੀਤਾ ਜਾ ਰਿਹਾ ਵੀ ਅਸੀਂ ਕਿਹੋ ਜਿਹੇ ਲੋਕ ਹਾਂ, ਅਸੀਂ ਕੌਣ ਹਾਂ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਅਤੇ ਐਜ਼ ਯੂ ਨੋ ਇਹਦੀ ਜੈਨੇਸਿਸ ਤਾਂ ਬੜੀ ਪੁਰਾਣੀ ਹੈ, ਪਰ ਇਸ ਵੇਲੇ ਇਹ ਮੈਂ ਸਮਝਦਾ ਬੜੀ ਅਨਫੋਰਚੂਨੇਟ ਚੀਜ਼ ਹੈ ਕਿ ਅੱਜ ਦੇ ਦਿਨ ਵਿੱਚ ਇਹੋ ਜਿਹੀ ਗੱਲ, ਇਹੋ ਜਿਹੇ ਤਿਉਹਾਰ ਵਾਲੇ ਦਿਨ ਜਦੋਂ ਅਸੀਂ ਸੈਲੀਬ੍ਰੇਟ ਕਰਦੇ ਸੀ, ਇਹੋ ਜਿਹੀ ਗੱਲ ਕਿਧਰੇ ਬਾਹਰ ਦੇ ਮੁਲਕ ਦੇ ਵਿੱਚ, ਕੈਨੇਡਾ ਦੇ ਵਿੱਚ ਹੋਈ ਹੈ। ਪਿਛਲੇ ਲੰਬੇ ਸਮੇਂ ਤੋਂ, ਪਿਛਲੇ ਕੁਝ ਮਹੀਨਿਆਂ ਤੋਂ ਕਹੀਏ ਗੱਲ ਤਾਂ ਪੰਜਾਬ ਦੇ ਵਿੱਚ ਖਾਲਿਸਤਾਨ ਨੂੰ ਲੈ ਕੇ ਬਹੁਤ ਚਰਚਾ ਛਿੜੀ ਹੈ। ਪੰਜਾਬ ਦੇ ਵਿੱਚ ਵੀ ਲੋਕਾਂ ਨੇ ਆ ਕੇ ਖਾਲਿਸਤਾਨ ਦੀ ਮੰਗ ਨੂੰ ਉੱਪਰ ਰੱਖਿਆ। ਈਵਨ ਪੰਜਾਬ ਦੇ ਇਲੈਕਸ਼ਨਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਐਕਟੀਵਿਟੀ ਵੱਧ ਗਈ ਸੀ। 6 ਫॉर ਜਸਟਿਸ ਉਹਦੇ ਰਹਿਨੁਮਾ ਨੇ ਗੁਰੂ ਪਤਵੰਤ ਸਿੰਘ ਪੰਨੂ, ਉਹ ਕਹਿੰਦੇ ਨੇ ਕਿ ਜੀ ਅਸੀਂ ਪੰਜਾਬ ਨੂੰ ਖਾਲਿਸਤਾਨ ਬਣਾ ਕੇ ਰਹਾਂਗੇ। ਅਤੇ ਉਹ ਮੰਗ ਕਿੱਥੇ ਹੈ, ਕਿੱਥੋਂ ਆਈ ਹੈ ਅਤੇ ਕਿੰਨਾ ਇੰਪੈਕਟ ਕਰ ਰਹੀ ਹੈ ਪੰਜਾਬ ਨੂੰ? ਇਹਦੀ ਜੇ ਤੁਸੀਂ ਜੈਨੇਸਿਸ ਜਾਂ ਬੈਕਗਰਾਊਂਡ ਦੇਖੋ, ਬੈਕਗਰਾਊਂਡ ਤਾਂ ਬਹੁਤ ਪੁਰਾਣੀ ਹੈ। ਮੈਨੂੰ ਜਿੰਨੀ ਸਮਝ ਆਇਆ ਉਹਦੇ ਮੁਤਾਬਕ ਜਦੋਂ ਅੰਗਰੇਜ਼ਾਂ ਨੇ ਸਿੱਖ ਟਰੂਪਸ ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਅਗੇਂਸਟ ਹਿੰਦੂ ਰੂਲਰਸ ਟੂ ਕੰਟਰੋਲ ਦੈਮ ਐਂਡ ਚੈੱਕ ਦੈਮ ਐਂਡ ਬ੍ਰਿੰਗ ਦੈਮ ਅੰਡਰ ਦੇਅਰ ਓਨ, ਉਦੋਂ ਤੋਂ ਇਹ ਜਿਹੜਾ ਇੱਕ ਫਾੜ ਵਿੱਚ ਪੈਣਾ ਨਾ ਬਿਟਵੀਨ ਵਨ ਪਰਟੀਕੂਲਰ ਰਿਲੀਜਨ ਐਂਡ ਦੀ ਅਦਰ ਰਿਲੀਜਨ, ਇਹ ਤਾਂ ਸ਼ੁਰੂ ਹੋ ਹੀ ਗਿਆ ਸੀ। ਉਹਦੇ ਬਾਅਦ ਜਦੋਂ 47 ਜਦੋਂ ਇੰਡੀਪੈਂਡੈਂਸ ਦਾ ਟਾਈਮ ਆਇਆ ਅਤੇ ਜਿਵੇਂ ਮੁਸਲਮਾਨਾਂ ਨੇ ਆਪਣਾ ਪਾਕਿਸਤਾਨ ਮੰਗਿਆ ਸੀ ਐਂਡ ਇੰਡੀਆ ਵਿੱਚੋਂ ਨਿਕਲਣਾ, ਉਦੋਂ ਮਾਸਟਰ ਤਾਰਾ ਸਿੰਘ ਜੀ ਨੂੰ ਵੀ ਜਿਹੜੀ ਇਹ ਆਫਰ ਦਿੱਤੀ ਗਈ ਬ੍ਰਿਟਿਸ਼ ਵੱਲੋਂ, ਉਹ ਵੀ ਸ਼ਰਾਰਤ ਭਰੀ ਸੀ ਵੀ ਉਹਨਾਂ ਨੂੰ ਆਫਰ ਦਿੱਤੀ ਗਈ ਵੀ ਜੇ ਤੁਸੀਂ ਆਪਣਾ ਹੋਮਲੈਂਡ ਚਾਹੁੰਦੇ ਹੋ ਤਾਂ ਦੱਸੋ। ਔਰ ਹਿਸਟਰੀ ਸੇਜ਼ ਕਿ ਮਾਸਟਰ ਤਾਰਾ ਸਿੰਘ ਜੀ ਬਹਾਵ 'ਚ ਆ ਗਏ, ਇਹੋ ਜਿਹੇ ਬਹਿ ਗਏ ਔਰ ਉਹਨਾਂ ਨੇ ਕੁਛ ਦਿਨ ਫਾਸਟ ਵੀ ਰੱਖਿਆ। ਉਹਦੇ ਬਾਅਦ ਖੈਰ ਸਰਦਾਰ ਪਟੇਲ ਇੰਨੇ ਪਾਵਰਫੁਲ ਆਦਮੀ ਸਨ, ਉਹਨਾਂ ਨੇ ਕਨਵਿੰਸ ਕਰਕੇ ਸਭ ਕੁਝ ਕਰ ਲਿਆ ਜੋ ਕੁਛ ਹੋਇਆ। 60s ਦੇ ਵਿੱਚ ਇੱਕ ਬੰਦਾ ਜਿਹੜਾ ਆਇਆ ਪੰਜਾਬ ਦੇ ਸੀਨ ਦੇ ਉੱਤੇ, ਉਹ ਸੀ ਜਗਜੀਤ ਸਿੰਘ ਚੌਹਾਨ। ਜਗਜੀਤ ਸਿੰਘ ਚੌਹਾਨ ਦੇ ਬੜੇ ਵੱਡੇ ਪੋਲੀਟੀਕਲ ਉਹਨਾਂ ਦੇ ਉਹ ਸਨ ਐਸਪੀਰੇਸ਼ਨ ਸਨ, ਅਤੇ ਉਹ ਇੱਥੇ ਇਲੈਕਸ਼ਨਾਂ ਹਾਰ ਗਏ।
ਜੀ ਉਹ ਇਲੈਕਸ਼ਨਾਂ ਹਾਰ ਕੇ ਉਹ ਚਲੇ ਗਏ ਕੈਨੇਡਾ ਜਾ ਕੇ ਉਹਨੇ ਉੱਥੇ ਇਕੱਠੇ ਕਰਨੇ ਕੀਤੇ ਲੋਕ ਥਿੰਕਿੰਗ ਕਿ ਵੀ ਸਿਸਟਮ ਜਿਹੜਾ ਫੇਅਰ ਨਹੀਂ ਸੀ। ਪੰਜਾਬੀ ਜਿਹੜਾ ਨਾ ਉਹ ਸਮਝਦਾ ਹੈ ਵੀ ਇੱਕ ਫੇਅਰ ਸਿਸਟਮ ਦੇ ਵਿੱਚ ਮੈਂ ਆਪਰੇਟ ਹੋਣ ਦੀ ਮੈਨੂੰ ਜੇ ਇਜਾਜ਼ਤ ਮਿਲੇ, ਤੇ ਕਿਉਂਕਿ ਪੰਜਾਬੀ ਦਾ ਨੈਸ਼ਨਲਿਜ਼ਮ ਤੇ ਸਰਦਾਰ ਦਾ ਸਿੱਖ ਦਾ ਨੈਸ਼ਨਲਿਜ਼ਮ ਜਿਹੜਾ ਉਹ ਤੇ ਸਾਰੀ ਦੁਨੀਆ ਜਾਣਦੀ ਹੈ, ਬਿਕਾਜ਼ ਪੰਜਾਬ ਵਾਸ ਗੇਟਵੇ ਆਫ ਪੀਪਲ ਕਮਿੰਗ ਇਨਵੇਡਰ ਸਾਰੇ ਜਿਹੜੇ ਆਉਂਦੇ ਸਨ ਉਹਨਾਂ, ਇਸ ਕਰਕੇ ਪੰਜਾਬ ਨੇ ਤੇ ਆਪਣਾ ਖੂਨ ਤੇ ਪਸੀਨਾ ਦੇ ਕੇ ਨੈਸ਼ਨਲਿਜ਼ਮ ਸਿੱਖਿਆ ਪੰਜਾਬੀ ਨੇ ਤੇ ਸਿੱਖ ਨੇ ਖਾਸ ਕਰਕੇ। ਤੁਹਾਨੂੰ ਪਤਾ ਆਰਮਡ ਫੋਰਸਿਸ ਦੀ ਸੈਕਰੀਫਾਈਸ ਬ੍ਰਿਟਿਸ਼ ਦੇ ਟਾਈਮ ਦੇ ਉੱਤੇ ਕੀ ਸੀ, ਸਿੱਖ ਟਰੂਪਸ ਦੀ ਔਰ ਦੂਜਿਆਂ ਦੀ। ਉਹਦੇ ਕਰਕੇ ਇਹ ਜਗਜੀਤ ਸਿੰਘ ਚੌਹਾਨ ਵਰਗੇ ਬੰਦਿਆਂ ਨੇ ਜਦੋਂ ਇਹ ਤੀਲੀ ਲਗਾ ਕੇ ਇਸ ਚੀਜ਼ ਨੂੰ ਸ਼ੁਰੂ ਕਰ ਦਿੱਤਾ, ਔਰ ਕੈਨੇਡੀਅਨ ਗਵਰਨਮੈਂਟ ਨੇ ਇਸ ਚੀਜ਼ ਨੂੰ ਕੰਟਰੋਲ ਕਰਨ ਦੀ ਬਜਾਏ ਸ਼ਾਇਦ ਓਵਰਟਲੀ ਸਪੋਰਟ ਵੀ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਤਕਰੀਬਨ 5 ਲੱਖ ਤੋਂ ਉੱਪਰ ਨੇ ਮੇਰਾ ਖਿਆਲ ਹੈ ਸਿੱਖਸ ਉੱਥੇ ਕੈਨੇਡਾ ਦੇ ਵਿੱਚ। ਉਹਨਾਂ ਲੋਕਾਂ ਦੇ ਉੱਤੇ ਔਰ ਯੰਗਰ ਜਨਰੇਸ਼ਨ ਜਿਹੜੀ ਹੈ ਉਹਨਾਂ ਉੱਤੇ ਇਸ ਚੀਜ਼ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਨਾਲ ਪੰਜਾਬ ਦੇ ਵਿੱਚ ਜਿਹੜੇ ਦੁੱਖ ਭਰੀ ਜਿਹੜੀ ਘਟਨਾ ਹੋਈ 1984 ਵਾਲੀ, ਉਹਨੇ ਆਮ ਆਦਮੀ ਨੂੰ, ਆਮ ਸਿੱਖ ਨੂੰ ਇਹ ਫੀਲਿੰਗ ਦਿੱਤੀ ਕਿ ਜਿਹੋ ਜਿਹਾ ਮਾਈਨੋਰਿਟੀਜ਼ ਦੇ ਨਾਲ ਟਰੀਟਮੈਂਟ ਹੁੰਦਾ ਹੈ, ਕੋਈ ਵੀ ਮਾਈਨੋਰਿਟੀ ਚਾਹੇ ਮੁਸਲਮਾਨ ਨੇ ਜਾਂ ਕ੍ਰਿਸਚਨ ਨੇ ਜਾਂ ਸਿੱਖ ਨੇ, ਉਹ ਜਿੱਥੇ ਵੀ ਤੁਹਾਡੀ ਮੈਜੋਰਿਟੀ ਹੈ ਉਹ ਇਸ ਤਰ੍ਹਾਂ ਹੀ ਟਰੀਟ ਕਰਦੇ ਨੇ। ਔਰ ਇਹ ਲੈਸਨ ਇੱਕ ਸਿੱਖਿਆ ਯੂਥ ਨੇ, ਯੰਗ ਬੱਚਿਆਂ ਨੇ, ਕਿਉਂਕਿ ਉਦੋਂ ਕਈ ਇੰਨੀਆਂ ਜ਼ਿਆਦਤੀਆਂ ਹੋਈਆਂ, ਬੜੇ ਬੱਚਿਆਂ ਦੇ ਉੱਤੇ ਜ਼ਬਰਦਸਤੀ ਕੀਤਾ ਗਿਆ। ਠੀਕ ਹੈ 1990 ਦੇ ਵਿੱਚ ਇਹਨੂੰ ਠੱਲ ਪਾ ਲਿਆ ਗਿਆ ਤੇ ਇਹ ਚੀਜ਼ ਜਿਹੜੀ ਹੈ ਵਾਪਸ ਹੁਣ ਪੀਸਫੁਲ ਹੋ ਗਈ ਹੁਣ। ਪਰ ਇਹਦਾ ਨਾਲ ਇੱਕ ਇੱਥੇ ਪੰਜਾਬ ਦੇ ਵਿੱਚ ਜਿਹੜਾ ਕਲਚਰ ਸ਼ੁਰੂ ਹੋਇਆ ਸਿੰਗਰਾਂ ਦਾ, ਜਿਨ੍ਹਾਂ ਨੇ ਵਾਇਲੈਂਸ ਸਪਰੈਡ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਗਨ ਕਲਚਰ ਲੈਣ ਦਾ, ਉਹ ਵੀ ਯੰਗ ਬੱਚੇ ਜਿਹੜੇ ਇੰਨਾ ਇੰਪ੍ਰੈਸ਼ਨੇਬਲ ਮਾਈਂਡ ਹੁੰਦੇ ਨੇ, ਖਾਸ ਕਰਕੇ ਪਿੰਡਾਂ ਦੇ ਅਨਐਜੂਕੇਟਿਡ ਬੱਚੇ। ਔਰ ਪੰਜਾਬ ਦੇ ਵਿੱਚ ਅਜੇ ਵੀ ਬੜੀ ਪਾਪੂਲੇਸ਼ਨ ਹੈ ਯੂਥ ਅਨਐਮਪਲਾਇਡ, ਐਜੂਕੇਟਿਡ ਆਈਦਰ ਅੰਡਰ ਐਮਪਲਾਇਡ ਔਰ ਅਨਐਮਪਲਾਇਡ। ਉਹ ਜਿਹੜੇ ਡਿਸਸੈਟਿਸਫਾਈਡ ਤੇ ਅਨਹੈਪੀ ਤੇ ਹੈ ਹੀ ਹੈ ਉਹ ਯੂਥ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਹੋਣਾ ਸ਼ੁਰੂ ਹੋਇਆ। ਔਰ ਉਹਨਾਂ ਨੇ ਹੌਲੀ ਇਸ ਗੱਲ ਨੂੰ ਸਮਝਿਆ ਕਿ ਸ਼ਾਇਦ ਇਹ ਫੀਜ਼ੇਬਲ ਹੈ। ਮੇਰਾ ਵਿਊ ਇਹ ਹੈ ਕਿ ਇਹ ਫੀਜ਼ੇਬਲ ਹੀ ਨਹੀਂ। ਜਿਸ ਤਰ੍ਹਾਂ ਦਾ ਤੁਸੀਂ ਲੈਂਡ ਲੌਕਡ, ਜਿਸ ਤਰ੍ਹਾਂ ਦੀ ਸਾਡੀ ਜ਼ਮੀਨ ਹੈ, ਜੋ ਕੁਛ ਅਸੀਂ ਹੈ ਵਾਂ, ਔਰ ਸਾਡੇ ਕੋਲ ਨਾ ਕੋਈ ਨੈਚੁਰਲ ਰਿਸੋਰਸਿਸ ਨਾ ਕੋਈ ਹੋਰ ਰਿਸੋਰਸਿਸ, ਸਾਡੇ ਕੋਲ ਕੀ ਹੈ ਕਣਕ ਤੇ ਝੋਨਾ ਤੇ ਇਹ ਤੋਂ ਇਲਾਵਾ ਹੋਰ ਸਾਡੇ ਜਾਂ ਬਹਾਦਰ ਦਿਲ ਸ਼ੇਰ ਦਿਲ ਆਦਮੀ ਉਹ ਤਾਂ ਠੀਕ ਹੈ, ਪਰ ਬਾਕੀ ਹੋਰ ਸਾਡੇ ਕੋਲ ਕੀ ਹੈ? ਹਾਊ ਕੈਨ ਖਾਲਿਸਤਾਨ ਐਗਜ਼ਿਸਟ ਐਜ਼ ਏ ਇੰਡੀਪੈਂਡੈਂਟ ਸਟੇਟ? ਨਾਟ ਪੋਸੀਬਲ। ਔਰ ਅਸੀਂ ਇੱਕ ਟ੍ਰੇਲਰ ਉਹਨਾਂ ਦਿਨਾਂ 'ਚ ਖਾਲਿਸਤਾਨ ਦਾ ਵੇਖਿਆ, ਜਦੋਂ ਮਾੜੇ ਦਿਨ ਸਨ ਚੱਲ ਰਹੇ, ਉਦੋਂ ਅਸੀਂ ਉਹ ਟ੍ਰੇਲਰ ਵੀ ਦੇਖਿਆ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਵਰਸ਼ਨ ਜਾਂ ਕੀ ਸੋਚ ਹੈ, ਕਿਸ ਤਰ੍ਹਾਂ ਦਾ ਇਹ ਖਾਲਿਸਤਾਨ ਬਣਾਉਣਾ ਚਾਹੁੰਦੇ ਆ, ਉਹ ਵੀ ਅਸੀਂ ਉਦੋਂ ਦੇਖਿਆ। ਔਰ ਮੈਂ ਪਰਸਨਲੀ ਦੇਖਿਆ ਉਸ ਚੀਜ਼ ਨੂੰ, ਔਰ ਮੈਨੂੰ ਲੱਗਾ ਕਿ ਸ਼ਾਇਦ ਉਹ ਅਫਗਾਨਿਸਤਾਨ ਵਾਲਾ ਜਿਹੜਾ ਸਿਸਟਮ ਹੈ ਜਾਂ ਰੋਲ ਮਾਡਲ ਹੈ, ਸ਼ਾਇਦ ਉਹੀ ਰੋਲ ਮਾਡਲ ਇੱਥੇ ਉਹਨੂੰ ਉਹ ਕਰਨਾ ਚਾਹੁੰਦੇ ਨੇ, ਲਾਗੂ ਕਰਨਾ ਚਾਹੁੰਦੇ। ਅੱਛਾ, ਜੋ ਬਾਹਰ ਬੈਠੇ ਲੋਕ ਹੈ, ਅਸੀਂ ਇਹ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਹੈ, ਆਮ ਲੋਕ ਪਿੰਡਾਂ ਦੇ ਵਿੱਚ ਜੋ ਬੈਠੇ ਆ, ਤੇ ਕੈਨੇਡਾ US ਦੇ ਵਿੱਚ ਜਿਹੜੇ ਲੋਕ ਬੈਠੇ ਆ, ਉਹਨਾਂ ਦੀ ਸੋਚ ਦੇ ਵਿੱਚ ਇੰਨਾ ਅੰਤਰ ਕਿਉਂ ਹੁੰਦਾ ਹੈ? ਜਿਹੜੇ ਬਾਹਰ ਜਾਂਦੇ ਆ ਉਹਨਾਂ ਦੇ ਵਿੱਚ ਆਪਦਾ ਪੰਜਾਬ ਪ੍ਰਤੀ ਪ੍ਰੇਮ ਜਾਗਦਾ ਹੈ। ਉਹ ਕਹਿੰਦੇ ਆ ਕਿ ਅਸੀਂ ਪੰਜਾਬ ਨੂੰ ਪੰਜਾਬ ਦੇ ਹੱਕ ਦਿਵਾਉਣੇ ਆ, ਤੇ ਉਹ ਉੱਥੇ ਬੈਠ ਕੇ ਆਪਰੇਟ ਕਰਦੇ ਆ। ਜਿਵੇਂ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਲਿਆ, ਤਾਂ ਉਹ ਉੱਥੇ ਬੈਠ ਕੇ ਆਪਰੇਟ ਕਰਦੇ ਆ ਤੇ ਕਹਿੰਦੇ ਅਸੀਂ ਤੁਹਾਡੇ ਹੱਕ ਦਿਵਾਵਾਂਗੇ ਤੁਹਾਨੂੰ। ਜਿਹੜੇ ਇੱਥੇ ਲੋਕ ਬੈਠੇ ਆ ਉਹਨਾਂ ਦੀ ਮੰਗ ਹੋ ਰਹੀ ਆ, ਉਹਨਾਂ ਦੀ ਮੰਗ ਐਜੂਕੇਸ਼ਨ ਹੈ, ਉਹਨਾਂ ਦੀ ਮੰਗ ਹੈਲਥ ਹੈ, ਤੇ ਉਹ ਖਾਲਿਸਤਾਨ ਦੀ ਡਿਮਾਂਡ ਜਿਹੜੀ ਹੁੰਦੀ ਹੈ, ਅਲੱਗ ਨੇਸ਼ਨ ਦੀ ਡਿਮਾਂਡ ਹੁੰਦੀ ਹੈ, ਜਿਹੜੀ ਉਹਨੂੰ ਥੋਪਿਆ ਜਾਂਦਾ ਹੈ। ਇਹ ਦੇਖਿਆ ਜਾਂਦਾ ਹੈ। ਅੰਮ੍ਰਿਤਪਾਲ ਆਉਂਦੇ ਆ ਪੰਜਾਬ ਦੇ ਵਿੱਚ, ਉਹਨਾਂ ਨੇ ਇਹੀ ਏਜੰਡਾ ਦੱਸਿਆ। ਉਹਨਾਂ ਨੇ ਸਭ ਨੂੰ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਅਸੀਂ ਗੁਲਾਮ ਹਾਂ, ਤੇ ਉਹ ਕਈ ਲੋਕਾਂ ਨੇ ਵਿਰੋਧ ਵੀ ਕੀਤਾ। ਕਈ ਲੋਕਾਂ ਨੇ ਕਿਹਾ ਕਿ ਜ਼ਬਰਦਸਤੀ ਦੀ ਗੁਲਾਮੀ ਥੋਪੀ ਜਾਂਦੀ ਹੈ। ਤੇ ਕੀ ਲੱਗਦਾ ਹੈ ਕਿ ਉਸ ਨੌਜਵਾਨ ਦਾ ਕੀ ਪ੍ਰਭਾਵ ਪੈ ਰਿਹਾ ਪੂਰੇ ਪੰਜਾਬ ਦੇ ਨੌਜਵਾਨਾਂ ਤੇ? ਦੇਖੋ, ਇੱਕ ਤਾਂ ਜਦੋਂ ਅਸੀਂ ਬਾਹਰ ਜਾਂਦੇ ਹਾਂ ਨਾ, ਤੇ ਡਿਫਰੈਂਟ ਟਾਈਪ ਆਫ ਡੈਮੋਕ੍ਰੈਟਿਕ ਸੈਟਅਪ ਔਰ ਅਲੱਗ ਜਿਹੜੇ ਜੇ ਰੂਲ ਰੈਗੂਲੇਸ਼ਨ ਸਿਸਟਮ ਔਰ ਫਰੀडम ਆਫ ਸਪੀਚ ਜਿਹੜੀ ਇੰਡੀਆ 'ਚ ਹੈ, ਨੈਚੁਰਲੀ ਡਿਫਰੈਂਟ ਨੇਸ਼ਨ ਵਿਲ ਹੈਵ ਡਿਫਰੈਂਟ ਰੂਲ ਰੈਗੂਲੇਸ਼ਨ ਪ੍ਰੋਸੀਜਰ ਸਿਸਟਮ, ਸਭ ਕੁਛ ਅਲੱਗ-ਅਲੱਗ ਹੋਏਗਾ ਹਰ ਇੱਕ ਦੇਸ਼ ਦਾ। ਉੱਥੇ ਕੈਨੇਡਾ ਦੇ ਵਿੱਚ ਅਲੱਗ ਹੈ। ਅਫਕੋਰਸ ਉਹ ਸਾਡੇ ਨਾਲੋਂ ਕਈ ਚੀਜ਼ਾਂ 'ਚ ਅੱਗੇ ਨੇ,
ਤੇ ਉੱਥੇ ਸ਼ਾਇਦ ਫਰੀडम ਆਫ ਸਪੀਚ ਨੂੰ ਹੋਰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਐਜ਼ ਕੰਪੇਅਰ ਟੂ ਆਰਸ। ਸਾਡੀਆਂ ਇੰਡੀਆ ਦੀਆਂ ਪ੍ਰੋਬਲਮ ਯੂਨੀਕ ਨੇ ਬਿਕਾਜ਼ ਅਸੀਂ ਪਿਛਲੇ 70 ਸਾਲਾਂ ਤੋਂ 75 ਸਾਲਾਂ ਤੋਂ ਅਸੀਂ ਪਾਕਿਸਤਾਨ ਦੇ ਨਾਲ ਜੂਝ ਰਹੇ ਹਾਂ, ਟੈਰਰਿਜ਼ਮ ਨਾਲ ਜੂਝ ਰਹੇ ਹਾਂ, ਔਰ ਅਜੇ ਵੀ ਬੜੇ ਇਹੋ ਜਿਹੇ ਟੈਰਰਿਸਟ ਗਰੁੱਪ ਨੇ ਜਿਹੜੇ ਇੰਡੀਆ ਦੇ ਅਗੇਂਸਟ ਸਾਜ਼ਿਸ਼ਾਂ ਕਰਦੇ। ਤੇ ਉਸ ਹਾਲਾਤ ਦੇ ਵਿੱਚ ਫਰੀडम ਆਫ ਸਪੀਚ ਜਿਸ ਤਰ੍ਹਾਂ ਦੀ ਕੈਨੇਡਾ ਦੇ ਸਕਦਾ ਆਪਣੇ ਸਿਟੀਜ਼ਨਸ ਨੂੰ, ਸ਼ਾਇਦ ਇੰਡੀਆ ਉਹੋ ਜਿਹੀ ਫਰੀडम ਆਫ ਸਪੀਚ ਨਹੀਂ ਦੇ ਸਕਦਾ ਜਾਂ ਐਕਸਪ੍ਰੈਸ਼ਨ ਨਹੀਂ ਦੇ ਸਕਦਾ। ਠੀਕ ਹੈ ਜੀ, ਜੇ ਉਹ ਨਹੀਂ ਹੋ ਸਕਦਾ ਤੇ ਇੱਥੇ ਬੈਠੇ ਲੋਕਾਂ ਨੂੰ ਤੇ ਨਾਰਮਲ ਜ਼ਿੰਦਗੀ ਜੀ ਕੇ ਉਹ ਤੇ ਕਹਿੰਦਾ ਵੀ ਮੇਰਾ ਬੱਚਾ ਪੜ੍ਹੇ ਵੀ, ਅੱਗੇ ਵੀ ਜਾਏ, ਉਹਨੂੰ ਨੌਕਰੀ ਵੀ ਮਿਲੇ ਔਰ ਮੇਰੇ ਕੋਲ 4 ਪੈਸੇ ਹੋਣ, ਮੈਂ ਰੋਟੀ ਖਾਵਾਂ ਤੇ ਪੀਸਫੁਲ ਜ਼ਿੰਦਗੀ ਜਾਵਾਂ। ਇਹ ਮੇਰਾ ਖਿਆਲ ਹੈ ਆਮ ਪੰਜਾਬੀ ਦਾ, ਆਮ ਸਿੱਖ ਦਾ ਇਹ ਆਪਣਾ ਐਸਪੀਰੇਸ਼ਨ ਹੈ, ਉਹ ਹੀ ਐਕਸਪੈਕਟ ਕਰਦਾ ਹੈ। ਪਰ ਜਦੋਂ ਬਾਹਰ ਜਾਂਦੇ ਹੋ ਤੁਸੀਂ, ਉੱਥੇ ਜਾ ਕੇ ਤੁਹਾਡੇ ਕੋਲ ਕੁਛ ਸਹੂਲਤਾਂ, ਕੁਛ ਹੋਰ ਚੀਜ਼ਾਂ ਔਰ ਸ਼ਾਇਦ ISI ਵਰਗੇ ਔਰ ਹੋਰ ਕੁਛ ਇਹੋ ਜਿਹੇ ਲੋਕ ਜਿਹੜੇ ਨੇ ਉਹ ਫਾਈਨੈਂਸ਼ੀਅਲੀ ਬਹੁਤ ਵੱਡੇ, ਟੈਰਰ ਫੰਡਿੰਗ ਇਜ਼ ਵਨ ਆਫ ਦੀ ਬਿਗੇਸਟ ਪ੍ਰੋਬਲਮਸ ਇੰਡੀਆ ਇਜ਼ ਫੇਸਿੰਗ। ਇਸੇ ਕਰਕੇ ਤੁਸੀਂ ਦੇਖਿਆ ਹੋਣਾ PFI ਦੇ ਉੱਤੇ ਤੇ ਦੂਜਿਆਂ ਉੱਤੇ ਜਿਹੜੇ NIA ਨੇ ਛਾਪੇ ਮਾਰੇ ਨੇ। ਟੈਰਰ ਫੰਡਿੰਗ ਨੂੰ ਚੋਕ ਕਰਨ ਦਾ ਇੱਕ ਤਰੀਕਾ ਹੈ। ਹੁਣ ਟੈਰਰ ਫੰਡਿੰਗ ਦੇ ਉਸੇ ਸਿਸਟਮ ਦੇ ਵਿੱਚ ਸ਼ਾਇਦ ਖਾਲਿਸਤਾਨੀ ਮੂਵਮੈਂਟਸ, ਮੈਨੂੰ ਐਕਚੁਅਲ ਚੀਜ਼ਾਂ ਦਾ ਤਾਂ ਓਬਵੀਅਸਲੀ ਮੈਨੂੰ ਪਤਾ, ਪਰ ਸ਼ਾਇਦ ਕੁਛ ਦੇਸ਼, ਕੁਛ ਲੋਕ, ਕੁਛ ਦੁਨੀਆ ਦੇ ਹਿੱਸੇ, ਕੁਛ ਕਮਿਊਨਿਟੀਜ਼, ਪਾਕਿਸਤਾਨ ਖਾਸ ਕਰਕੇ, ਉਹ ਸਪੋਰਟ ਕਰ ਰਿਹਾ ਹੈ ਵਿਦ ਫੰਡਸ ਐਂਡ ਵਿਦ ਮਨੀ। ਉਹ ਜਦੋਂ ਫੰਡਸ ਤੇ ਮਨੀ ਆ ਜੇ ਔਰ ਫਾਰਨ ਦੇ ਵਿੱਚ ਜਾ ਕੇ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਨਾ, ਕਿਉਂਕਿ ਇੰਡੀਅਨ ਆ ਜਾਂ ਕਿਉਂਕਿ ਅਸੀਂ ਏਸ਼ੀਅਨ ਆ, ਈਵਨ ਏਸ਼ੀਅਨ ਵੀ ਜਦੋਂ ਤੁਸੀਂ ਬਾਹਰ ਟਰੈਵਲ ਕਰਦੇ ਹੋ ਤੇ ਈਵਨ ਪਾਕਿਸਤਾਨੀ ਤੇ ਇੱਕ ਹਿੰਦੁਸਤਾਨੀ ਜਿਹੜਾ ਨਾ ਉਹ ਦੋਸਤ ਬਣ ਜਾਂਦੇ ਨੇ। ਦੇ ਬਿਕਮ ਬ੍ਰਦਰਸ ਔਰ ਫਰੈਂਡਸ ਬਿਕਾਜ਼ ਵੀ ਆਰ ਫਰਮ ਏਸ਼ੀਆ। ਹੁਣ ਉੱਥੇ ਜਿਹੜੇ ਪੰਜਾਬੀ ਪੰਜਾਬ ਚੋਂ ਗਏ ਹੋਏ ਨੇ ਔਰ ਸਮ ਆਫ ਦੈਮ ਹੂ ਡੂ ਵੈਰੀ ਵੈਲ, ਉਹਨਾਂ ਦਾ ਸਫੀਅਰ ਆਫ ਇਨਫਲੂਐਂਸ ਵੱਧਦਾ ਜਾਂਦਾ ਔਰ ਉਹਨਾਂ ਯੰਗ ਜਿਹੜੇ ਆਪਣੇ ਫਾਇਦੇ ਵਾਸਤੇ ਉਹਨਾਂ ਨੂੰ ਕੰਟਰੋਲ ਕਰਨਾ ਔਰ ਉਹਨਾਂ ਨੂੰ ਇਸਤੇਮਾਲ ਕਰਨਾ ਉਹਨਾਂ ਦਾ ਇੱਕ ਹਿੱਸਾ ਬਣ ਜਾਂਦਾ ਹੈ। ਔਰ ਅਮਨਦੀਪ ਜੀ, ਇਹ ਵੀ ਫੈਕਟ ਹੈ ਕਿ ਬੜੀ ਮਿਨੀ ਸਕੂਲ ਮਾਈਨੋਰਿਟੀ ਹੈ ਜਿਹੜੇ ਲੋਕ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਔਰ ਉਹ ਥੋੜ੍ਹੇ ਬੰਦੇ ਜਿਹੜੇ ਨਾ, ਉਹਨਾਂ ਨੂੰ ਕਿਉਂਕਿ ਕੈਨੇਡੀਅਨ ਗਵਰਨਮੈਂਟ ਖਾਸ ਕਰਕੇ ਉਹਨਾਂ ਨੂੰ ਚੈੱਕ ਨਹੀਂ ਹੋ ਰਿਹਾ, ਉਹਨਾਂ ਉੱਤੇ ਕੰਟਰੋਲ ਨਹੀਂ ਹੋ ਰਿਹਾ। ਹੁਣੇ ਪਿੱਛੇ ਜੇ ਸਾਡੇ ਫਾਰਨ ਸੈਕਟਰੀ ਨੇ, ਫਾਰਨ ਮਿਨਿਸਟਰ ਨੇ ਮੇਰਾ ਖਿਆਲ ਹੈ ਇੱਕ ਵਾਰਨਿੰਗ ਵੀ ਦਿੱਤੀ ਜਾਂ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਕਿ ਮਿਹਰਬਾਨੀ ਕਰਕੇ ਇਹਨੂੰ ਚੈੱਕ ਕੀਤਾ ਜਾਏ ਔਰ ਇਸ ਕਰਕੇ ਸਾਡੇ ਰਿਲੇਸ਼ਨ ਵੀ ਸ਼ਾਇਦ ਥੋੜ੍ਹੇ ਜਿਹੇ ਇਸ ਚੀਜ਼ ਦੇ ਨਾਲ ਸਾਡੇ ਖਰਾਬ ਹੋ ਰਹੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਵਰਗਾ ਬੰਦਾ ਸੀ ਚੀਫ ਮਿਨਿਸਟਰ, ਜਿਹਨੇ ਸਟੈਪ ਲਿਆ, ਉਹਨੇ ਕਿਹਾ ਮੈਂ ਡਿਫੈਂਸ ਮਿਨਿਸਟਰ ਸੱਜਣ ਸਿੰਘ ਨੂੰ ਮਿਲਣਾ ਵੀ ਨਹੀਂ। ਕੀ ਕਾਰਨ ਸੀ ਇਹਦੇ ਪਿੱਛੇ? ਇਹਦੇ ਪਿੱਛੇ ਕਾਰਨ ਇਹੀ ਸੀ ਕਿ ਉੱਥੇ ਤਾਂ ਤੁਸੀਂ ਇਨਕਰੇਜ ਕਰ ਰਹੇ ਹੋ ਡਿਸਇੰਟੀਗ੍ਰੇਸ਼ਨ ਆਫ ਇੰਡੀਆ। ਕੈਨੇਡਾ 'ਚ ਬੈਠਿਆ ਤੇ ਤੁਸੀਂ ਇੰਡੀਆ ਦੀ ਡਿਸਇੰਟੀਗ੍ਰੇਸ਼ਨ ਨੂੰ ਪ੍ਰਮੋਟ ਕਰ ਰਹੇ ਹੋ, ਉਹਨਾਂ ਨੂੰ ਸਪੋਰਟ ਕਰ ਰਹੇ ਹੋ। ਇੱਥੇ ਜਦੋਂ ਆਉਂਦੇ ਹੋ ਤੁਸੀਂ ਸਾਡੀ ਗੱਲ ਕਰਦੇ ਹੋ, ਅਸੀਂ ਤੁਹਾਡੀ ਮਦਦ ਕਰਨੀ ਹੈ, ਸਪੋਰਟ ਕਰਨੀ ਹੈ। ਸੋ ਇਹ ਡਿਊਅਲ ਪਾਲਿਸੀ ਵੀ ਕੈਨੇਡਾ ਦੀ ਹੈ ਔਰ ਇਹਦੇ ਪਿੱਛੇ ਆਈ ਥਿੰਕ ਦੇਰ ਇਜ਼ ਅ ਬਿਗਰ ਏਜੰਡਾ ਕਿ ਇਨਸਟੇਬਿਲਿਟੀ ਲਿਆਓ। ਔਰ ਪੰਜਾਬੀ ਦੇ ਵਿੱਚ ਕਿਉਂਕਿ ਇਸ ਵੇਲੇ ਜਦੋਂ ਵੀ ਕਿਸੇ ਕਮਿਊਨਿਟੀ 'ਚ, ਪੂਰੇ ਇੰਡੀਆ 'ਚ ਪ੍ਰੋਬਲਮ ਹੈ, ਦੇਖੋ ਅਨਐਮਪਲਾਇਮੈਂਟ ਇਜ਼ ਅ ਮੇਜਰ ਇਸ਼ੂ। ਔਰ ਜਦੋਂ ਅਨਐਮਪਲਾਇਮੈਂਟ ਦਾ ਇਸ਼ੂ ਹੈ, ਯੰਗ ਯੂਥ, ਬॉयਜ਼ ਐਂਡ ਗਰਲਸ ਆਰ ਡਿਸਸੈਟਿਸਫਾਈਡ ਐਂਡ ਅਨਹੈਪੀ ਬਿਕਾਜ਼ ਗ੍ਰੈਜੂਏਟ ਕਰ ਲਿਆ, ਇੰਜੀਨੀਅਰਿੰਗ ਕਰ ਲਈ, ਇਹ ਕਰ ਲਿਆ, ਉਹਦੇ ਬਾਅਦ ਨੌਕਰੀ ਨਹੀਂ। ਔਰ ਇਹੋ ਜਿਹੇ ਹਾਲਾਤ ਦੇ ਵਿੱਚ ਇਹ ਫਰਟਾਈਲ ਗਰਾਊਂਡ ਹੈ ਤਿਆਰ ਹੋ ਰਹੀ ਕਿ ਜਿਹਦੇ 'ਚ ਟੈਰਰਿਜ਼ਮ ਜਾਂ ਐਂਟੀ ਗਵਰਨਮੈਂਟ ਐਕਟੀਵਿਟੀਜ਼ ਵਾਸਤੇ ਇੱਕ ਬਹੁਤ ਹੀ ਜ਼ਰਖੇਜ਼ ਜ਼ਮੀਨ ਬਣ ਜਾਂਦੀ ਹੈ। ਔਰ ਲੋਕਾਂ ਨੂੰ ਇਹ ਪਤਾ ਹੈ ਕਿ ਇਸ ਵੇਲੇ ਹਾਲਾਤ, ਔਰ ਪੰਜਾਬ ਦੀ ਗਵਰਨਮੈਂਟ ਵੀ ਕੋਈ ਇੰਨੀ ਜਿਹੜੀ ਐਕਸਪੈਕਟੇਸ਼ਨ ਸਨ 7 ਮਹੀਨੇ ਪਹਿਲਾਂ, ਮੇਰੇ ਵਰਗੇ ਆਪਟੀਮਿਸਟਿਕ ਆਦਮੀ ਨੂੰ ਬਹੁਤ ਉਮੀਦਾਂ ਸਨ, ਉਹ ਉਮੀਦਾਂ ਸ਼ਾਇਦ ਆਮ ਆਦਮੀ ਨੇ ਦੇਖਿਆ ਵੀ ਉਹ ਨਹੀਂ ਹੋ ਰਿਹਾ ਜਾਂ ਨਹੀਂ ਹੋ ਸਕਦਾ, ਪ੍ਰੋਬਲਮਸ ਨੇ। ਤੇ ਇਹੋ ਜਿਹੇ ਹਾਲਾਤ ਦੇ ਵਿੱਚ ਅੰਮ੍ਰਿਤਪਾਲ ਵਰਗੇ ਇਨਸਾਨ ਜਾਂ ਪੰਨੂ ਵਰਗੇ ਬਾਹਰ ਬੈਠੇ ਹੋਏ ਲੋਕ ਜਾਂ ਉਹਨਾਂ ਦਾ ਅਸਰ ਜਿਹੜਾ ਹੋਣਾ, ਮੈਨੂੰ ਲੱਗਦਾ ਹੈ ਕਿ ਬੜਾ ਆਮ ਹੈ ਔਰ ਹੋਏਗਾ ਇਹਦਾ ਅਸਰ। ਸਿਮਰਨਜੀਤ ਸਿੰਘ ਮਾਨ ਵਰਗੇ ਜੋ ਇਨਸਾਨ, ਜੋ MP ਨੇ ਪੰਜਾਬ ਤੋਂ, ਉਹ ਪਾਰਲੀਮੈਂਟ ਜਾਂਦੇ ਨੇ, ਉੱਥੇ ਗੱਲ ਨਹੀਂ ਕਰਦੇ ਖਾਲਿਸਤਾਨ ਦੀ, ਪਰ ਪੰਜਾਬ 'ਚ ਆ ਕੇ ਗੱਲ ਕਰਦੇ ਨੇ, ਤੇ ਉਹਨਾਂ ਦਾ ਕਿੰਨਾ ਕੁ ਇਨਫਲੂਐਂਸ ਹੈਗਾ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ? ਦੇਖੋ, ਕੋਈ ਵੀ ਇਹ ਕੁਝ ਕਲਟ ਫਿਗਰਸ ਬਣ ਜਾਂਦੀਆਂ ਨੇ। ਕਲਟ ਫਿਗਰ ਉਹ ਹੁੰਦੀਆਂ ਨੇ ਕਿ ਦੇਖੋ ਬਲਾਈਂਡ ਫਾਲੋਅਰਸ, ਕਲਟ ਫਿਗਰ, ਇਹ ਬੜਾ ਡੇਂਜਰਸ ਕੰਬੀਨੇਸ਼ਨ ਹੈ। ਵੀ ਜਿਵੇਂ ਚੀਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਸ਼ੀ ਜਿਨਪਿੰਗ,
ਉਹਨੇ ਜਿਸ ਤਰ੍ਹਾਂ ਦੇ ਬਲਾਈਂਡ ਫਾਲੋਅਰਸ ਆਪਣੇ ਪੱਕੇ ਉਹ ਲਾਇਲ ਫਾਲੋਅਰਸ ਰੱਖ ਲਏ ਐਂਡ ਹੀ ਇਜ਼ ਬਿਕਮ ਅ ਕਲਟ ਫਿਗਰ ਹੀ ਇਜ਼ ਵੈਰੀ ਡੇਂਜਰਸ ਨਾਟ ਓਨਲੀ ਫॉर ਚਾਈਨਾ ਬਟ ਫॉर ਦੀ ਐਂਟਾਇਰ ਵਰਲਡ ਜੀ ਇਸੇ ਤਰ੍ਹਾਂ ਇੱਥੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਨਾ ਕਿਉਂਕਿ ਬੜੇ ਪੜ੍ਹੇ ਲਿਖੇ ਸਿਆਣੇ ਸੁਲਝੇ ਹੋਏ ਇਨਸਾਨ ਹੁੰਦੇ ਸਨ ਪਰ ਜੋ ਉਹਨਾਂ ਨਾਲ ਹੋਇਆ ਪਰਸਨਲ ਲਾਈਫ ਦੇ ਵਿੱਚ ਉਹਨਾਂ ਦੇ ਜਿਸ ਤਰ੍ਹਾਂ ਉਹਨਾਂ ਨੂੰ ਟ੍ਰੀਟਮੈਂਟ ਕੀਤਾ ਗਿਆ ਸ਼ਾਇਦ ਉਹਨਾਂ ਕੋਲ ਕੋਈ ਲੌਜਿਕ ਹੋਏ ਕੋਈ ਰੀਜ਼ਨ ਹੋਏ ਜਿਹੜਾ ਉਹਨਾਂ ਨੇ ਰਸਤਾ ਅਪਣਾਇਆ ਉਹਦਾ ਕੋਈ ਹੋਏਗਾ ਉਹਨਾਂ ਕੋਲ ਲੌਜਿਕ ਪਰ ਇਹ ਕਾਮਨ ਸੈਂਸ ਕਹਿੰਦੀ ਹੈ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਾ ਤੁਹਾਡੇ ਹਿੱਤ 'ਚ ਨੇ ਨਾ ਪੰਜਾਬ ਦੇ ਹਿੱਤ 'ਚ ਨੇ ਨਾ ਇੰਡੀਆ ਦੇ ਹਿੱਤ 'ਚ ਨੇ ਸੋ ਤੁਸੀਂ ਇਹ ਸਿਰਫ ਇਹ ਇੱਕ ਤੁਹਾਡਾ ਇੱਕ ਉਹ ਹੋਏ ਕਿ ਮੈਂ ਕਿਰਪਾਨ ਲੈ ਕੇ ਜਾਣੀ ਹੈ ਜਹਾਜ਼ ਦੇ ਵਿੱਚ ਟਰੈਵਲ ਕਰਨਾ ਔਰ ਵੱਡੀ ਕਿਰਪਾਨ ਲੈ ਕੇ ਜਾਣਾ ਜਾਂ ਮੈਂਬਰ ਪਾਰਲੀਮੈਂਟ ਹੈ ਤਾਂ ਮੈਂ ਪਾਰਲੀਮੈਂਟ ਵੱਡੀ ਕਿਰਪਾਨ ਲੈ ਕੇ ਜਾਣਾ ਇਹ ਕੀ ਇਸ਼ੂ ਨੇ ਇਸ਼ੂ ਤਾਂ ਇਹ ਦੇਖੋ ਵੀ ਕਈ ਤੁਹਾਡੇ ਜੇ ਸੱਚਮੁੱਚ ਸਿੱਖਾਂ ਦੇ ਹਿਤੈਸ਼ੀ ਹੋ ਕਿ ਸਿੱਖ ਮੁੰਡੇ ਕਿੰਨੇ IAS ਅਫਸਰ ਬਣਦੇ ਨੇ ਕਿੰਨੇ IPS ਅਫਸਰ ਬਣਦੇ ਨੇ ਡਾਕਟਰ ਕਿੰਨੇ ਬਣਦੇ ਨੇ ਕਿਉਂ ਅਸੀਂ ਕਹਿੰਦੇ ਆ ਵੀ PGI ਦੇ ਵਿੱਚ ਜਿਹੜੇ ਨੇ ਮੈਕਸਿਮਮ ਉੱਥੋਂ ਬੰਗਾਲ ਤੋਂ ਆਏ ਹੋਏ ਨੇ ਡਾਊਨ ਸਾਊਥ ਤੋਂ ਆਏ ਹੋਏ ਨੇ ਸਾਡੇ ਬੱਚੇ ਕਿਉਂ ਨਹੀਂ ਕੰਪੀਟ ਕਰ ਸਕਦੇ ਫੈਕਟ ਇਜ਼ ਕਿ ਸਾਡੇ ਬੱਚੇ ਦੇ ਆਰ ਨਾਟ ਦੈਟ ਕੈਪੇਬਲ ਸਾਡੇ ਕੋਲ ਪਰਸੈਂਟੇਜ ਵਾਈਜ਼ ਦੇਖਿਆ ਜਾਏ ਦੇਖੋ ਇੰਡੀਵਿਜੂਅਲ ਸੈਂਟਰ ਆਫ ਐਕਸੀਲੈਂਸ ਸਾਡੇ ਬੰਦਿਆਂ ਨੇ ਕਈਆਂ ਨੇ ਕਮਾਲ ਕੀਤਾ ਪੂਰੀ ਦੁਨੀਆ ਦੇ ਵਿੱਚ ਛਾਏ ਹੋਏ ਨੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਮਹਿੰਦਰ ਸਿੰਘ ਕੰਪਾਨੀ ਵਰਗੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਸੀ ਉਹਦੇ ਵਰਗੇ ਵੀ ਇਨਸਾਨ ਹੈ ਨੇ ਬਹੁਤ ਮਹਾਨ ਸਿੱਖਾਂ ਨੇ ਪਰ ਇਹ ਵੀ ਫੈਕਟ ਹੈ ਕਿ ਸਾਡੀ ਐਵਰੇਜ ਪਾਪੂਲੇਸ਼ਨ ਜਿਹੜੀ ਹੈ ਸਿੱਖ ਪਾਪੂਲੇਸ਼ਨ ਜਿਹੜੀ ਹੈ ਉਹ ਦੇ ਆਰ ਨਾਟ ਓਰੀਐਂਟਡ ਟੂਵਰਡ ਸਟੱਡੀਜ਼ ਉਹ ਕਮਾਲ ਨਹੀਂ ਕਰਦੇ ਮੈਂ ਕਈ ਜਗ੍ਹਾ ਜਿੱਥੇ ਜਾਣਾ ਵੀ ਹੈ ਮੈਂ ਉੱਥੇ ਦੇਖਣਾ ਵੀ ਜੇ ਅੱਛੇ ਅਫਸਰ ਜਿੱਥੇ ਬੈਠੇ ਹੋਏ ਨੇ ਉਹਨਾਂ 'ਚ ਦੇਰ ਇਜ਼ ਹਾਰਡਲੀ ਐਨੀਵਨ who belongs to Sikh community ਕਿਉਂ ਨਹੀਂ ਅੱਗੇ ਆਉਂਦੇ ਬੱਚੇ ਦੇਖਿਆ ਜਾ ਸਕਦਾ ਸਰ ਜਦੋਂ ਅਸੀਂ ਦੇਖੀਏ ਗਿਣਤੀ ਕਰੀਏ ਅਸੀਂ ਕਿ IAS ਕੋਚਿੰਗ ਸੈਂਟਰ ਕਿੰਨੇ ਕਾ ਪੰਜਾਬ ਦੇ ਵਿੱਚ ਤੇ IELTS ਕੋਚਿੰਗ ਸੈਂਟਰ ਕਿੰਨੇ ਕਾ ਇਹਨਾਂ ਦਾ ਕੰਪੈਰੀਜ਼ਨ ਦੇਖ ਲਈਏ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਪੰਜਾਬ ਦਾ ਯੂਥ ਕਿੱਧਰ ਜਾ ਰਿਹਾ ਪੰਜਾਬ ਦਾ ਯੂਥ 12th ਕਰਕੇ ਉਹਨਾਂ ਨੇ IELTS ਕਰਕੇ ਜਾਂ ਗ੍ਰੈਜੂਏਸ਼ਨ ਕਰਕੇ IELTS ਕਰਕੇ ਉਹਨਾਂ ਨੇ ਕੈਨੇਡਾ US ਜਾਣਾ ਹੈ ਜਾਂ ਕਿਸੇ ਵੀ ਕੰਟਰੀ ਜਾਣਾ ਪਰ ਇੰਡੀਆ ਚੋਂ ਨਿਕਲਣਾ ਪੰਜਾਬ ਚੋਂ ਨਿਕਲਣਾ ਇਹ ਕਿੰਨੀ ਮਾੜੀ ਗੱਲ ਹੈ ਦੇਖੋ ਵੀ ਜਿਹੜਾ ਬੱਚਾ ਯੂਥ ਉਹ ਪੰਜਾਬ 'ਚ ਰਹਿਣਾ ਨਹੀਂ ਚਾਹੁੰਦਾ ਜੇ ਰਹਿੰਦਾ ਤੇ ਡਰੱਗ ਖਾਣੇ ਆ ਜੀ ਪੜ੍ਹਾਈ ਲਿਖਾਈ ਦੇ ਵਿੱਚ ਨਹੀਂ ਇਹ ਜ਼ੋਰ ਲਗਾਉਣਾ ਔਰ ਬਾਹਰ ਚਲੇ ਜਾਣਾ ਔਰ ਜਾਣਦਿਆਂ ਹੋਇਆ ਕਿ ਉੱਥੇ ਹਾਲਾਤ ਇੰਨੇ ਮੁਸ਼ਕਲ ਨੇ ਜੀ ਕੈਨੇਡਾ ਦੇ ਵਿੱਚ ਇਟ ਇਜ਼ ਵੈਰੀ ਡਿਫਿਕਲਟ ਫਾਰ ਐਨ ਆਰਡੀਨਰੀ ਅਨਐਜੂਕੇਟਡ ਪਰਸਨ ਟੂ ਸਰਵਾਈਵ ਪਹਿਲੇ 3-4 ਸਾਲ ਬਹੁਤ ਔਖੇ ਨੇ ਮੈਂ ਕਈ ਬੱਚਿਆਂ ਨਾਲ ਗੱਲ ਕੀਤੀ ਹੈ ਇਨ ਐਨੀ ਕੰਟਰੀ ਐਜ਼ ਅ ਮੈਟਰ ਆਫ ਫੈਕਟ ਪਹਿਲੇ 3-4 ਸਾਲ ਤੁਹਾਡੇ ਜਿਹੜੇ ਨੇ ਬਹੁਤ ਔਖੇ ਗੁਜ਼ਰਨਗੇ ਅਨਲੈਸ ਯੂ ਆਰ ਅ ਪ੍ਰੋਫੈਸ਼ਨਲ ਜੇ ਤੁਸੀਂ ਜਾਣਾ ਹੈ ਤੇ ਬੱਚਿਓ ਕਰਕੇ ਜਾਓ ਜਿੰਨੇ ਕਰਕੇ ਜਾਓ ਕੌਣ ਰੋਕਦਾ ਤੁਹਾਨੂੰ ਗੋ ਦੇਅਰ ਜੇ ਉੱਥੇ ਜਾ ਕੇ ਉਹ ਕੰਮ ਇਹੋ ਜਿਹਾ ਕਰੋ ਵੀ ਜਿਹਦੇ ਨਾਲ ਤੁਹਾਡੇ ਇੱਜ਼ਤ ਵੀ ਹੋਏ ਤੁਹਾਡੇ ਸੈਲਫ ਐਸਟੀਮ ਵੀ ਮੈਂ ਆਹ ਕੀਤਾ ਇੱਥੇ ਵਾਕਈ ਮੈਂ ਸਮਝਦਾ ਵੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਇੱਕ ਕੰਮ ਕਰਨਾ ਚਾਹੀਦਾ ਸੀ ਕਿ IELTS ਦੇ ਸਾਰੇ ਸੈਂਟਰ ਜਿਹੜੇ ਬੈਨ ਹੀ ਕਰ ਦਿਓ ਬੰਦ ਕਰ ਦਿਓ ਪੰਜਾਬ ਦੇ ਵਿੱਚ ਕੋਈ IELTS ਸੈਂਟਰ ਨਹੀਂ ਚੱਲੇਗਾ ਇਹ IAS ਦੇ ਅਕੈਡਮੀਆਂ ਤੇ PCS ਵਾਸਤੇ ਤੇ ਉਹਨਾਂ ਦੀ ਤਿਆਰੀ ਵਾਸਤੇ ਮੈਡੀਕਲ ਕਾਲਜ ਹੋਰ ਖੋਲ੍ਹ ਦਿਓ ਇੰਜੀਨੀਅਰਿੰਗ ਕਾਲਜ ਵੀ ਸ਼ਾਇਦ ਹੋਰ ਜ਼ਰੂਰਤ ਹੈ ਬਟ ਸਟਾਪ ਦਿਸ ਨੌਨਸੈਂਸ ਕਿ ਸਾਰੇ IELTS ਜਿਹੜੇ ਜਲੰਧਰ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਕੁਛ ਮੇਰਾ ਉੱਥੇ ਇੰਟਰਸਟ ਹੈ ਪ੍ਰਾਪਰਟੀ ਹੈ ਕੁਛ ਤੇ ਮੈਂ ਉੱਥੇ ਦੇਖਿਆ ਵੀ ਇੱਕ ਮਾਰਕੀਟ ਹੈ ਜਿਹਦੇ ਵਿੱਚ ਸੈਂਕੜੇ ਹੀ ਇਹੋ ਹੀ ਨੇ IELTS ਖੁੱਲ੍ਹੇ ਹੋਏ ਨੇ ਹੁਣ ਇਹ ਕੀ ਹੋਇਆ ਵੀ ਇਹਦਾ ਮਤਲਬ ਬੱਚੇ ਆਉਂਦੇ ਨੇ ਤਾਂ ਹੀ ਉਹ ਚੱਲਦੇ ਨੇ ਨਾ ਇੰਨੇ IELTS ਸੈਂਟਰ ਤਾਂ ਚੱਲਦੇ ਨੇ ਕਿਉਂਕਿ ਬੱਚੇ ਆਉਂਦੇ ਨੇ ਔਰ ਆਮ ਆਦਮੀ ਜਿਹਦੀ 1 1.5 ਏਕੜ 2 ਏਕੜ ਜ਼ਮੀਨ ਹੈ ਉਹ ਬੈਂਕਾਂ ਤੋਂ ਲੋਨ ਲੈ ਕੇ ਜ਼ਮੀਨ ਵੇਚ ਕੇ ਡੰਗਰ ਟਰੈਕਟਰ ਵੇਚ ਕੇ ਜਾ ਕੇ 10-15 ਲੱਖ ਇਕੱਠਾ ਕਰਦਾ ਔਰ ਉਹਦੇ ਬਾਅਦ ਬਾਹਰ ਚਲਾ ਜਾਂਦਾ ਉੱਥੇ ਜਾ ਕੇ ਫਿਰ ਉਹ ਕੀ ਕਰਦਾ ਕੀ ਨਹੀਂ ਕਰਦਾ 5-7-10 ਸਾਲਾਂ 'ਚ ਫਿਰ ਰੋਟੀ ਖਾਣ ਜੋਗਾ ਹੋ ਜਾਂਦਾ ਬਟ ਹਿਜ਼ ਦੀ ਬੈਸਟ ਈਅਰਸ which he could have contributed to Punjab and Punjab's growth ਉਹ ਦਿਨ ਜਿਹੜੇ ਸਨ ਵਧੀਆ ਜਿਹਦੇ ਜੇ ਕੋਈ ਚੰਗਾ ਡਾਕਟਰ ਬਣ ਕੇ ਕੋਈ PCS ਅਫਸਰ ਬਣ ਕੇ ਕੋਈ IPS ਅਫਸਰ ਬਣ ਕੇ ਇੱਥੇ ਕੰਟਰੀਬਿਊਟ ਕਰਦਾ ਕੋਈ ਪ੍ਰੋਫੈਸਰ ਬਣਦਾ ਕਿਸੇ ਕਾਲਜ ਦੇ ਵਿੱਚ ਲੱਗਦਾ ਲੈਕਚਰਰ ਲੱਗਦਾ ਉਹਦੇ ਜਾ ਕੇ ਤੇ ਉੱਥੇ ਜਾ ਕੇ ਮਜ਼ਦੂਰੀ ਕੀਤੀ ਹੈ ਜੋ ਕੁਝ ਵੀ ਕੀਤੀ ਤੇ ਉਹ ਤੇ ਕੋਈ ਮਜ਼ਾ ਨਾ ਆਇਆ ਉਹ ਤਾਂ ਸਾਡੇ ਸਾਹਮਣੇ ਹੀ ਹੈ ਸਰ ਉਹ ਲੋਕ ਵੀ ਇੰਡੀਅਨਸ ਨੇ ਪੰਜਾਬੀ ਨੇ ਜਿਹੜੇ IELTS ਕਰਕੇ ਉੱਥੇ ਗਏ ਹੋਏ ਨੇ ਤੇ ਜਿਹੜੇ ਖਾਲਿਸਤਾਨ ਦੇ ਨਾਰੇ ਲਗਾ ਰਹੇ ਨੇ ਤੇ ਜਿਹੜੇ ਇੰਡੀਅਨ ਫਲੈਗ ਨੂੰ ਤਿਰੰਗੇ ਨੂੰ ਪੈਰਾਂ 'ਚ ਰੋਲ ਰਹੇ ਨੇ ਉਹ ਵੀ ਪੰਜਾਬੀ ਨੇ ਔਰ ਉਹੀ ਪੰਜਾਬੀ ਨੇ ਜਿਹੜੇ ਇੱਥੋਂ IELTS ਸੈਂਟਰਸ ਦੇ ਵਿੱਚੋਂ ਜਾ ਕੇ ਇੱਥੋਂ ਚੰਗੀ ਮਿਹਨਤ ਕਰਕੇ ਉੱਥੇ ਗਏ ਨੇ ਆਪਣੀਆਂ ਪ੍ਰੋਪਰਟੀਜ਼ ਨੂੰ
ਲੀਜ਼ ਤੇ ਦੇ ਕੇ ਲੀਜ਼ ਤੇ ਜਾਂ ਦੇ ਕੇ। ਕਿਸੇ ਹੋਰ ਤਰੀਕੇ ਨਾਲ ਪ੍ਰਾਪਰਟੀਜ਼ ਨੂੰ ਵੇਚ ਕੇ ਕਈ ਲੋਕ ਗਏ ਆ, ਤੇ ਉਹ ਲੋਕ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਆ ਅਸੀਂ ਦੇਖ ਹੀ ਰਹੇ ਹਾਂ। ਬਿਲਕੁਲ ਠੀਕ ਹੈ। ਮੈਂ ਸਮਝਦਾ ਕਿ ਨਾ ਕਿਸੇ ਤਰੀਕੇ ਨਾਲ ਜਾਂ ਤੇ ਜਾਬਸ ਇੰਨੀਆਂ ਕ੍ਰੀਏਟ ਕਰੋ, ਹੈ ਨਾ। ਜਾਬ ਗਵਰਨਮੈਂਟ ਦੀ ਨੇ, ਮੈਂ ਕਹਿ ਰਿਹਾ ਜਾਬ ਗਵਰਨਮੈਂਟ 'ਚ ਤੇ ਉਹਦੀ ਲਿਮਿਟੇਸ਼ਨ ਹੁੰਦੀ ਹੈ, ਗਵਰਨਮੈਂਟ ਕਰ ਹੀ ਨਹੀਂ ਸਕਦੀ ਇੰਨੀ, ਔਰ ਹਰ ਇੱਕ ਨੂੰ ਗਵਰਨਮੈਂਟ ਜਾਬ ਦਿੱਤੀ ਨਹੀਂ ਜਾ ਸਕਦੀ ਨਾ ਪਰ ਦੂਜੀਆਂ ਜਾਬ ਜਿਹੜੀਆਂ ਕ੍ਰੀਏਟ ਕਰਨੀਆਂ, ਔਰ ਐਂਟਰਪ੍ਰੂਨਰ ਜਿਹੜੇ ਆਪਣੇ ਆਪ ਸਕਿੱਲ ਡਿਵੈਲਪ ਕਰਕੇ ਬੰਦੇ ਉਹਦੇ ਸੈਂਟਰ ਖੋਲ੍ਹੇ ਜਾਣ। ਮੈਂ ਇੱਕ ਵਾਰੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕਿ ਉਹ ਲੋਕ, ਤੁਸੀਂ ਦੇਖੋ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਜੇ ਤੁਹਾਨੂੰ ਪਲੰਬਰ ਚਾਹੀਦਾ, ਕਾਰਪੈਂਟਰ ਚਾਹੀਦਾ, ਇਲੈਕਟ੍ਰੀਸ਼ੀਅਨ ਚਾਹੀਦਾ, ਤੁਹਾਨੂੰ ਬੜਾ ਮੁਸ਼ਕਲ ਹੈ ਚੰਗਾ ਕਾਰਪੈਂਟਰ, ਪਲੰਬਰ ਜਾਂ ਇਲੈਕਟ੍ਰੀਸ਼ੀਅਨ ਮਿਲਦਾ ਨਹੀਂ, 2-2 ਦਿਨ 3-3 ਦਿਨ ਦੇ। ਕੀ ਗੱਲ ਹੈ ਵੀ ਸਾਡਾ ਜਿਹੜਾ ਪੰਜਾਬੀ ਯੂਥ ਉਹ ਕਿਉਂ ਨਹੀਂ ਪਲੰਬਰ ਬਣ ਸਕਦਾ? ਕਿਉਂ ਅਸੀਂ ਇਹਨੂੰ ਡਿਮੀਨਿੰਗ ਜਾਂ ਮਾੜੀ ਜਾਬ ਸਮਝ ਰਹੇ ਕੁਛ? ਪਲੰਬਰ ਉੱਥੇ ਜਾ ਕੇ ਤਾਂ ਤੁਸੀਂ ਬਣਦੇ ਹੋ, ਫਾਰਨ ਕੰਟਰੀ ਤਾਂ ਤੁਸੀਂ ਕਾਰਪੈਂਟਰ ਵੀ ਹੋ, ਇਲੈਕਟ੍ਰੀਸ਼ੀਅਨ ਵੀ ਹੋ, ਪਲੰਬਰ ਵੀ ਹੋ, ਘਰਾਂ 'ਚ ਜਾ ਕੇ ਕੰਮ ਵੀ ਕਰਦੇ ਹੋ ਕਿਉਂਕਿ ਡਾਲਰ ਵੀ ਲਗਾਉਂਦੇ ਹੋ ਉੱਥੇ। ਇੱਥੇ ਤੁਸੀਂ ਜੇ ਇੱਕ ਚੰਗਾ ਪਲੰਬਰ ਤੁਸੀਂ ਬਣ ਜਾਓ ਤੇ ਇੱਥੇ ਤੁਹਾਡੇ ਕੋਲ ਇੰਨਾ ਕੰਮ ਹੈ। ਔਰ ਵੱਡੇ ਸ਼ਹਿਰ ਜਿਹੜੇ ਨੇ ਉਹਨਾਂ 'ਚ ਤੇ ਖੈਰ ਚੰਡੀਗੜ੍ਹ, ਪੰਚਕੂਲਾ, ਮੋਹਾਲੀ 'ਚ ਮੈਂ ਦੇਖਿਆ ਵੀ ਤੁਸੀਂ ਜੇ ਚਾਹੁੰਦੇ ਹੋ ਨਾ ਪਲੰਬਰ ਨੂੰ, ਉਹ 2-3 ਦਿਨ ਤੁਹਾਨੂੰ ਫੋਨ ਕਰੋਗੇ ਔਰ ਫਿਰ ਆਏਗਾ, ਔਰ ਇੱਕ ਵਿਜ਼ਿਟ ਦਾ ਮੋਟਰਸਾਈਕਲ ਤੇ ਆਏਗਾ, ਇੱਕ ਵਿਜ਼ਿਟ ਦਾ ਘੱਟ ਤੋਂ ਘੱਟ 500-700 ਰੁਪਇਆ ਲੈ ਕੇ ਜਾਏਗਾ। ਤੇ ਜੇ ਤੁਹਾਡੇ 2-3 ਵਿਜ਼ਿਟ ਰੋਲਦੇ ਹੋ ਗਏ ਤੇ ਤੁਹਾਡੇ ਕੋਲ 1000 ਰੁਪਇਆ ਬਣ ਗਿਆ, ਤੇ ਫਿਰ ਤੁਸੀਂ ਕੀ ਕਰਨਾ ਕੈਨੇਡਾ ਜਾ ਕੇ? Why do you want to go to Canada or live in those very difficult hard conditions? और थोड़ा ਜਿਹਾ subservient ਵੀ ਦੇਖੋ, ਆਫਟਰ ਆਲ ਦੂਜੇ ਦੇਸ਼ ਦੇ ਵਿੱਚ ਤੇ ਆਪਣੇ ਦੇਸ਼ ਦੇ ਵਿੱਚ ਫਰਕ ਤੇ ਹੁੰਦਾ ਹੀ ਹੈ ਨਾ, ਬੇਗਾਨਾਪਨ ਤੇ ਥੋੜਾ ਹੈ ਹੀ ਹੈ। ਐਂਡ ਦੈਨ ਯੂ ਮਿਸ ਯੂਰ ਫੈਮਲੀਜ਼, ਜਿਹੜਾ ਜੁਆਇੰਟ ਫੈਮਿਲੀ ਸਿਸਟਮ ਸੀ, ਤੁਸੀਂ ਆਪਣੇ ਬਜ਼ੁਰਗਾਂ ਦੀ, ਆਪਣੇ ਭੈਣ ਭਰਾਵਾਂ ਦੀ ਸੇਵਾ, ਉਹਨਾਂ ਦਾ ਇੱਜ਼ਤ, ਉਹਨਾਂ ਦਾ ਪਿਆਰ, ਉਹ ਸਭ ਕੁਝ ਉਹ ਭੁੱਲ ਗਏ, ਉਹ ਵੀ ਖਤਮ ਹੋ ਗਿਆ, ਤੇ ਜਾ ਕੇ ਉੱਥੇ ਔਖੇ ਵੀ ਹੋਏ ਤੇ ਸੋ ਮੈਂ ਸਮਝਦਾ ਵੀ ਇੱਥੇ ਜੇ ਚੰਗੇ ਸਕਿੱਲ ਸੈਂਟਰ ਸ਼ਹਿਰ ਆਈਡੈਂਟੀਫਾਈ ਕੀਤੇ ਜਾਣ। ਸਾਡੇ ਕੋਲ ਪੰਜਾਬ ਸਿਰਫ 8-10 ਵੱਡੇ ਸ਼ਹਿਰ ਨੇ, 8-10 ਵੱਡੇ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਸਕਿੱਲ ਸੈਂਟਰ ਇੰਨੇ ਖੋਲ੍ਹੇ ਜਾਣ ਕਿ ਬੰਦਾ ਕਹੇ ਵੀ ਕੋਈ ਗੱਲ ਨਹੀਂ। ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਇੱਕ ਵਾਰੀ ਜਿਹੜੇ ਸਾਡੇ ਸਿੱਬਲ ਸਾਹਿਬ ਜਦੋਂ HRD ਮਿਨਿਸਟਰ ਹੁੰਦੇ ਸਨ, ਉਹ CII 'ਚ ਆਏ ਇੱਥੇ ਚੰਡੀਗੜ੍ਹ, ਤੇ ਮੈਨੂੰ ਵੀ ਮੌਕਾ ਮਿਲਿਆ ਉਹਨਾਂ ਨਾਲ ਗੱਲਬਾਤ ਕਰਨ ਦਾ। ਤੇ ਉਹਨਾਂ ਨੇ ਜਦੋਂ ਐਡਰੈਸ ਕੀਤਾ ਸਾਨੂੰ, ਤੇ ਉਹਨਾਂ ਨੇ ਇਹ ਦੱਸਿਆ, ਕਹਿੰਦੇ ਮੈਂ ਗਿਆ ਸੀ UK 'ਚ, ਇੰਗਲੈਂਡ 'ਚ, ਤੇ ਕਹਿੰਦਾ ਆਈ ਵਾਸ ਟੂ ਐਡਰੈਸ ਦੀ ਸਟੂਡੈਂਟਸ ਦੇਅਰ ਇਕੁਇਵਲੈਂਟ ਟੂ 10+2। ਕਹਿੰਦਾ ਮੈਂ ਬੱਚਿਆਂ ਨੂੰ ਪੁੱਛਿਆ ਕਿ ਬੱਚਿਓ ਤੁਸੀਂ ਕੀ ਬਣਨਾ ਚਾਹੁੰਦੇ ਹੋ? ਕਹਿੰਦਾ ਜੀ ਹੈਰਾਨੀ ਦੀ ਗੱਲ, ਬੜੇ ਬੱਚੇ ਖੜੇ ਹੋਏ, ਕਿਸੇ ਨੇ ਕਿਹਾ ਜੀ ਮੈਂ ਵੇਟਰ ਬਣਨਾ ਚਾਹੁੰਦਾ, ਮੈਂ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ, ਮੈਂ ਕਾਰਪੈਂਟਰ ਬਣਨਾ ਚਾਹੁੰਦਾ। ਅਸੀਂ ਸੋਚ ਸਕਦੇ ਹਾਂ ਇੰਡੀਆ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ, ਮੈਂ ਪੁੱਛਾਂ ਇੱਕ ਸਕੂਲ 'ਚ ਜਾਂ ਇੱਕ ਯੂਨੀਵਰਸਿਟੀ ਜਾਂ ਕਿਸੇ ਬੱਚੇ ਨੂੰ ਜਾ ਕੇ ਕਿ ਤੁਹਾਡੇ 'ਚੋਂ ਕੋਈ ਵੇਟਰ ਬਣਨਾ ਚਾਹੁੰਦਾ? ਨੋਬਡੀ ਵਿਲ ਐਵਰ ਗੈਟ ਅਪ। ਕਿਉਂ? ਸਾਡਾ ਕਨਸੈਪਟ ਅੰਡਰਸਟੈਂਡਿੰਗ ਆਫ ਲੇਬਰ, ਵੀ ਕੰਮ ਦੀ ਕੀ ਮਤਲਬ ਕੀ ਹੈ, ਕੰਮ ਦੀ ਮਹੱਤਤਾ ਕੀ ਹੈ, ਉਹ ਸਾਨੂੰ ਸਮਝ ਨਹੀਂ ਲੱਗਦੀ। ਸਾਨੂੰ ਤਾਂ ਇਹੀ ਸਮਝ ਆਉਂਦਾ ਹੈ ਵੀ ਕੈਨੇਡਾ ਦੇ ਵਿੱਚ ਡਾਲਰ ਮਿਲਦੇ ਨੇ ਔਰ ਕਿਸ ਤਰ੍ਹਾਂ ਮਿਲਦੇ ਨੇ ਉਹ। ਸੋ ਆਈ ਥਿੰਕ ਇਹ ਇੱਕ ਤਾਂ ਸਟੇਟ ਆਫ ਮਾਈਂਡ ਯੂਥ ਦੀ ਨਾ ਇਹ ਚੇਂਜ ਕਰਨ ਦੀ ਲੋੜ ਹੈ। ਉਹਨਾਂ ਦਾ ਇਹ ਇੱਕ ਸੋਸ਼ਲ ਮੂਵਮੈਂਟ ਹੋਣੀ ਚਾਹੀਦੀ ਹੈ ਵੀ ਜਿੱਥੇ ਯੂਥ ਨੂੰ ਸਕੂਲਾਂ 'ਚ, ਕਾਲਜਾਂ 'ਚ, ਯੂਨੀਵਰਸਿਟੀ ਜਾ ਕੇ ਦੱਸਿਆ ਜਾਏ ਕਿ ਕਾਕਾ ਪਲੰਬਰ ਬਣ 'ਚ ਕੋਈ ਹਰਜ ਨਹੀਂ। ਔਰ ਅੱਜ ਕੱਲ੍ਹ ਤਾਂ ਮਾਡਰਨ ਟੂਲਸ ਨੇ, ਪਲੰਬਰ ਜਿਹੜੇ ਨੇ ਉਹ ਪੁਰਾਣੇ ਵਾਲੇ ਟੂਲ ਉਸ ਤਰ੍ਹਾਂ ਨਹੀਂ ਕੰਮ ਕਰਦੇ। ਅੱਜ ਕੱਲ੍ਹ ਤਾਂ ਬੜੇ ਵਧੀਆ ਮਾਡਰਨ ਟੂਲਸ ਆ ਗਏ ਨੇ। ਤੁਸੀਂ ਨਵੀਂ ਸਕਿੱਲ ਸਿੱਖੋ, ਕਾਰਪੈਂਟਰੀ ਚਾਹੇ ਸਿੱਖੋ, ਚਾਹੇ ਇਲੈਕਟ੍ਰੀਸ਼ੀਅਨ ਦਾ ਕੰਮ ਬੜਾ ਮੁਸ਼ਕਲ ਹੈ, ਬੜਾ ਔਖਾ ਹੈ। ਅਨਫੋਰਚੂਨੇਟਲੀ ITI 'ਚੋਂ ਪਾਸ ਹੋਏ ਬੱਚੇ ਜਿਹੜੇ ਨੇ ਉਹਨਾਂ ਨੂੰ ਆਉਂਦਾ ਕੱਖ ਨਹੀਂ, ਹੈ ਨਾ, ਉਹ ਫਿਰ ਯੂਜ਼ਲੈਸ ਹੋ ਜਾਂਦੇ ਨੇ। ਤੇ ਇਸ ਕਰਕੇ ਮੈਂ ਸਮਝਦਾ ਵੀ ਸਕਿੱਲ ਡਿਵੈਲਪਮੈਂਟ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਟੂ ਵੀਨ ਦੀ ਯੂਥ ਅਵੇ ਫਰਮ ਡਰੱਗਸ ਐਂਡ ਫਰਮ ਥੀਸ ਕਾਈਂਡ ਆਫ ਇਨਫਲੂਐਂਸ। ਆਦਮੀ ਦੇ, ਬੱਚੇ ਦੇ, ਯੂਥ ਦੇ ਦਿਮਾਗ ਤੇ ਤਾਂ ਹੁੰਦਾ ਹੈ, ਇੱਕ ਤਾਂ ਹੁੰਦੀ ਹੈ ਇਗਨੋਰੈਂਸ, ਬਿਕਾਜ਼ ਆਫ ਇਗਨੋਰੈਂਸ ਕਿ ਤੁਹਾਨੂੰ ਪਤਾ ਨਹੀਂ ਕਿ ਕੀ ਗੱਲ ਹੈ, ਕੀ ਠੀਕ ਹੈ, ਕੀ ਗਲਤ ਹੈ। ਦੂਜਾ ਇਹ ਹੁੰਦਾ ਹੈ ਜਿਹੜਾ ਐਜੂਕੇਟਿਡ ਹੈ, ਅਨਐਮਪਲਾਇਡ, ਉਹਨੂੰ ਪਤਾ ਹੈ ਇਹ ਗਲਤ ਹੈ, ਉਹਦੇ ਬਾਵਜੂਦ ਉਹ ਕਰਦਾ ਹੈ। ਔਰ ਜਦੋਂ ਉੱਥੇ ਚਲਾ ਜਾਂਦਾ ਹੈ, ਉਹ ਅੰਡਰ ਦੀ ਇਨਫਲੂਐਂਸ ਆਫ ਪੀਪਲ ਹੂ ਹੈਵ ਲੋਟ ਆਫ ਮਨੀ, ਡੀਪ ਪਾਕਟਸ, ਉੱਥੇ ਬੈਠੇ ਨੇ ਬੜੇ ਵੱਡੇ ਬੰਦੇ, ਉਹ ਇਹਨਾਂ ਸਾਰਿਆਂ ਨੂੰ ਉਹ ਇਨਫਲੂਐਂਸ ਕਰ ਲੈਂਦੇ ਨੇ। ਔਰ ਉਹ ਇਨਫਲੂਐਂਸ ਕਰਦੇ ਨੇ ਠੀਕ ਡਾਇਰੈਕਸ਼ਨ ਦੀ ਬਜਾਏ ਉਹ ਗਲਤ ਡਾਇਰੈਕਸ਼ਨ ਵੱਲ ਚਲੇ ਜਾਂਦੇ ਨੇ। ਜੀ ਬਿਲਕੁਲ। ਇਸੇ ਤਰ੍ਹਾਂ ਹੀ ਪੰਜਾਬ ਦੇ ਯੂਥ ਨੂੰ ਸਮਝਣਾ ਪਊਗਾ ਕਿ ਅਸੀਂ
ਕਿਹੜੇ ਰਾਹ ਤੇ ਪੈਣਾ ਹੈ, ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਕਿਸੇ ਦੇ ਇਨਫਲੂਐਂਸ ਦੇ ਵਿੱਚ ਆਉਣ ਦੀ ਬਜਾਏ ਅਸੀਂ ਜੇ ਇਹ ਸੋਚੀਏ ਕਿ ਪੰਜਾਬ ਲਈ ਅਸੀਂ ਕੀ ਕਰਨਾ ਹੈ, ਉਹ ਬਹੁਤ ਜ਼ਰੂਰੀ ਹੈ। ਇਸੇ ਤਰੀਕੇ ਨਾਲ ਹੋਰ ਇੰਪੋਰਟੈਂਟ ਡਿਸਕਸ਼ਨਸ ਕਰਦੇ ਰਹਾਂਗੇ ਤੇ ਪ੍ਰੋਗਰਾਮ ਲੈ ਕੇ ਆਉਂਦੇ ਰਹਾਂਗੇ। ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।